ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਤੇ ਅੱਜ ਆਪਣਾ ਇਹ ਵੀਕਲੀ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਅਪਡੇਟਸ। ਇਹਦੇ ਵਿੱਚ ਅਸੀਂ ਜਿੱਥੇ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇਸ ਵੀਕ ਦੀਆਂ ਘਟਨਾਵਾਂ ਉਹਦੇ ਬਾਰੇ ਗੱਲ ਕਰਾਂਗੇ। ਉਹਦੇ ਨਾਲ ਤੁਹਾਡੇ ਕੁਝ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਾਂਗੇ। ਤੇ ਸਾਰਿਆਂ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕਿ ਕੀ ਜਿਹੜੀਆਂ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਸੰਬੰਧਿਤ ਘਟਨਾਵਾਂ ਨੇ। ਸਾਰਿਆਂ ਤੋਂ ਪਹਿਲਾਂ ਤਾਂ ਜਿਹੜਾ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਕੱਲ੍ਹ ਜਿਹੜਾ ਐਡਰੈਸ ਕੀਤਾ ਕਾਂਗਰਸ ਨੂੰ, ਉਹਨਾਂ ਨੇ ਇਮੀਗ੍ਰੇਸ਼ਨ ਬਾਰੇ ਬੜੇ ਜ਼ੋਰਦਾਰ ਤਰੀਕੇ ਨਾਲ ਕਿਹਾ ਕਿ ਇਮੀਗ੍ਰੇਸ਼ਨ ਦੇ ਜਿਹੜੇ ਕਾਨੂੰਨ ਹੈਗੇ ਪਾਸ ਹੋਣੇ ਚਾਹੀਦੇ ਆ। ਖਾਸ ਕਰਕੇ ਜਿਹੜੇ ਬੱਚੇ ਨੇ, ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਮਰੀਕਾ 'ਚ ਆਏ ਆ, ਉਹਨਾਂ ਨੂੰ ਲੀਗਲ ਸਟੇਟਸ ਦੇਣ ਲਈ ਜਿਹੜਾ ਹਾਊਸ ਨੇ ਪਾਸ ਕੀਤਾ ਸੀ ਬਿੱਲ, ਤੇ ਇੱਕ ਜਿਹੜਾ ਐਗਰੀਕਲਚਰ ਵਰਕਰ ਦਾ ਪਾਸ ਕਰਕੇ ਸੈਨੇਟ 'ਚ ਭੇਜਿਆ ਸੀ, ਉਹਦੇ ਬਾਰੇ ਉਹਨਾਂ ਨੇ ਇਹ ਗੱਲ ਕਹੀ ਕਿ ਇਹਨੂੰ ਜਿੰਨੀ ਜਲਦੀ ਪਾਸ ਕਰੋਗੇ ਓਨਾ ਹੀ ਜ਼ਿਆਦਾ ਇਹ ਜਿਹੜਾ ਅਮਰੀਕਾ ਦੀ ਇਕੋਨਮੀ ਵਾਸਤੇ ਫਾਇਦੇਮੰਦ ਹੋਏਗਾ, ਅਮਰੀਕਾ ਦੇ ਇੰਟਰਸਟ ਦੇ ਵਿੱਚ ਆ। ਤੇ ਉਹਨਾਂ ਬਾਰੇ ਇਸ ਵਿਸ਼ੇ ਤੇ ਗੱਲ ਕਰਨੀ ਆਪਣੀ ਸਪੀਚ ਦੇ ਵਿੱਚ ਬਹੁਤ ਵੱਡੀ ਗੱਲ ਆ, ਕਿਉਂਕਿ ਉੱਥੋਂ ਸ਼ੋਅ ਕਰਦਾ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਇਹ ਕਿੰਨੀ ਸੀਰੀਅਸ ਹੈਗੀ ਆ ਇਮੀਗ੍ਰੇਸ਼ਨ ਬਾਰੇ। ਤੇ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਪ੍ਰੈਜ਼ੀਡੈਂਟ ਬਾਈਡਨ ਨੇ ਆਪਣਾ ਆਫਿਸ ਅਸਿਊਮ ਕੀਤਾ, ਪ੍ਰੈਜ਼ੀਡੈਂਟ ਬਣੇ ਆ, ਉਹਨਾਂ ਨੇ ਪਹਿਲੇ ਦਿਨ ਹੀ ਜਿਹੜੀ ਇਮੀਗ੍ਰੇਸ਼ਨ ਦੇ ਸੰਬੰਧੀ ਉਹਨਾਂ ਨੇ ਜਿਹੜਾ ਕੰਮ ਕਰਨਾ ਸ਼ੁਰੂ ਕਰਤਾ ਸੀਗਾ। ਤੇ ਉਹਨਾਂ ਨੇ ਜਿਹੜੇ ਇਹ ਕਿਹਾ ਸੀ ਸੈਨੇਟ ਤੇ ਹਾਊਸ ਨੂੰ ਵੀ ਬਿੱਲ ਬਣਾਓ ਜਿਹਦੇ ਵਿੱਚ ਕਿ ਅਨਡਾਕੂਮੈਂਟਡ ਜਿਹੜੇ ਬੰਦੇ ਆ ਉਹਨਾਂ ਨੂੰ ਇੱਥੇ ਪੱਕਾ ਕੀਤਾ ਜਾ ਸਕੇ। ਤੇ ਇੱਕ ਗਾਈਡਲਾਈਨ ਭੇਜੀ ਜਿਸ ਆਧਾਰ ਤੇ ਹਾਊਸ ਤੇ ਸੈਨੇਟ ਦੇ ਵਿੱਚ ਜਿਹੜਾ ਸੀ ਉਹ ਕੰਮ ਸ਼ੁਰੂ ਹੋ ਗਿਆ। ਤੇ 2 ਬਿੱਲ ਇੰਟਰੋਡਿਊਸ ਹੋਏ ਜਿਨ੍ਹਾਂ ਦੇ ਵਿੱਚ ਇਹ ਸੀਗਾ ਕਿ ਜਿਹੜੇ 1 ਜਨਵਰੀ 2021 ਤੋਂ ਪਹਿਲਾਂ ਅਮਰੀਕਾ 'ਚ ਆਏ ਆ ਬੰਦੇ ਉਹ ਪੱਕੇ ਕਰਨੇ ਆ। ਉਹਦੇ ਨਾਲ ਜਿਹੜੇ 18 ਸਾਲ ਤੋਂ ਘੱਟ ਬੱਚੇ ਆਏ ਆ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਸਟੇਟਸ ਇਹਨਾਂ ਵਿੱਚ ਜਿਹੜੇ ਡਰੀਮਰਸ ਹੈਗੇ ਡਾਕਾ ਵਾਲੇ ਉਹ ਵੀ ਹੈਗੇ ਆ। ਤੇ ਤੀਸਰਾ ਜਿਹੜਾ ਕੰਪੋਨੈਂਟ ਆ ਉਹ ਸੀ ਐਗਰੀਕਲਚਰ ਵਰਕਰ ਵਾਲਾ। ਤੇ ਉਹ ਸੰਬੰਧੀ ਮੀਟਿੰਗਾਂ ਡਿਸਕਸ਼ਨਾਂ ਹੋਈਆਂ। ਜ਼ਿਆਦਾ ਇਹਦੇ ਉਹ ਇਹਦੇ ਜਿਹੜੇ ਇੱਕ ਤਾਂ 18 ਬੱਚੇ, ਦੂਜੀ ਸਹਿਮਤੀ ਐਗਰੀਕਲਚਰ ਵਰਕਰ ਹੈਗੇ ਆ ਉਹਨਾਂ ਬਾਰੇ। ਇਹਨਾਂ ਦੋਨਾਂ ਤੇ ਕਾਫੀ ਸਹਿਮਤੀ ਜਿਹੜੀ ਹੈਗੀ ਆ ਉਹ ਹਾਊਸ ਤੇ ਸੈਨੇਟ ਦੇ ਵਿੱਚ ਵੀ। ਤੇ ਇਸੇ ਕਰਕੇ ਹਾਊਸ ਨੇ ਇਹ 2 ਬਿੱਲ ਜਿਹੜੇ ਪਾਸ ਕੀਤੇ। ਮਤਲਬ ਜਿਹੜਾ ਉਹ ਸੀਗਾ ਸਿਟੀਜ਼ਨਸ਼ਿਪ ਐਕਟ ਆਫ 2021, ਉਹਨੂੰ ਜਿਹੜੇ ਉਹ 3 ਹਿੱਸਿਆਂ ਦੇ ਵਿੱਚ ਸੀਗਾ, ਉਹ 'ਚੋਂ 2 ਹਿੱਸੇ ਜਿਹੜੇ ਨੇ ਉਹਦੇ ਅਲੱਗ ਕਰ ਦਿੱਤੇ ਗਏ ਤੇ ਉਹ ਟੁਕੜਿਆਂ 'ਚ ਪਾਸ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਇਹ ਜਿਹੜੇ 2 ਇਹਦੇ ਕੰਪੋਨੈਂਟ ਨੇ, ਇੱਕ ਤਾਂ ਜਿਹੜੇ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਇੱਥੇ ਅਮਰੀਕਾ 'ਚ ਆਏ, ਸਕੂਲ ਗਏ, ਉਹਨਾਂ ਨੂੰ ਪੱਕਾ ਕਰਨਾ, ਤੇ ਦੂਸਰਾ ਜਿਹੜਾ ਐਗਰੀਕਲਚਰ ਵਰਕਰ ਵਾਲਾ, ਇਹਨਾਂ ਤੇ ਕਾਫੀ ਜ਼ਿਆਦਾ ਸਹਿਮਤੀ ਸੀਗੀ। ਇਹਦੇ ਕਰਕੇ ਇਹਨਾਂ ਨੂੰ ਪਾਸ ਕਰਾਇਆ ਗਿਆ, ਹਾਊਸ 'ਚੋਂ ਪਾਸ ਹੋਏ। ਤੇ ਉਹਦੇ ਨਾਲ ਕੁਝ ਰਿਪਬਲਿਕਨ ਪਾਰਟੀ ਦੇ ਜਿਹੜੇ ਸੀ ਕਾਂਗਰਸਮੈਨ ਉਹ ਵੀ ਲੱਗੇ ਇਹਨਾਂ ਦੇ ਨਾਲ। ਤੇ ਇਸ ਤੋਂ ਬਾਅਦ ਇਹ ਬਿੱਲ ਸੈਨੇਟ 'ਚ ਗਏ। ਹੁਣ ਸੈਨੇਟ ਦੇ ਵਿੱਚ ਇਹਨਾਂ ਬਿੱਲਸ ਤੇ ਇੱਕ ਮੀਟਿੰਗ ਹੋਈ ਪਿਛਲੇ ਹਫ਼ਤੇ। ਉਹਦੇ ਵਿੱਚ ਦੋਨਾਂ ਪਾਰਟੀਆਂ ਦੇ ਜਿਹੜੇ ਰੈਪਰੈਜ਼ੈਂਟੇਟਿਵ ਜਿਹੜੇ ਲੀਡਰ ਨੇ ਸੈਨੇਟਰਸ ਉਹ ਸੀਗੇ। ਤੇ ਉਹ ਇਹ ਮਤਲਬ ਕਿ ਕਿਸ ਤਰ੍ਹਾਂ ਪਾਸ ਕੀਤਾ ਜਾਵੇ। ਤੇ ਇਹਦੇ ਅੱਗੇ ਫਰਦਰ ਚੱਲਦੇ 2 ਸੈਨੇਟਰਾਂ ਨੇ ਇੱਕ ਜਿਹੜਾ ਹੈਗਾ ਬਿੱਲ ਇੰਟਰੋਡਿਊਸ ਕੀਤਾ ਹਾਊਸ ਦੇ ਵਿੱਚ, ਜਿਹੜਾ ਕਿ ਬਿੱਲ ਪ੍ਰਪੋਜ਼ ਕੀਤਾ ਰਿਪਬਲਿਕਨ ਸੈਨੇਟਰ ਜੌਨ ਕਾਰਨਨ ਜਿਹੜੇ ਟੈਕਸਸ ਤੋਂ ਨੇ, ਤੇ ਡੈਮੋਕ੍ਰੈਟਿਕ ਸੈਨੇਟਰ ਕ੍ਰਿਸਟਨ ਸਿਨੇਮਾ ਜਿਹੜੇ ਐਰੀਜ਼ੋਨਾ ਤੋਂ ਨੇ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਬਾਰਡਰ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਵੀ ਐਡਰੈਸ ਕਰਨੀ ਜ਼ਰੂਰੀ ਆ, ਕਿਉਂਕਿ ਕਾਫੀ ਸੈਨੇਟਰਸ ਨੇ ਇਸ ਗੱਲ ਦਾ ਜਿਹੜਾ ਹੈਗਾ ਉਹ ਖਦਸ਼ਾ ਪ੍ਰਗਟ ਕੀਤਾ ਕਿ ਬਾਰਡਰ ਤੇ ਜਿਸ ਤਰ੍ਹਾਂ ਲੋਕ ਆ ਰਹੇ ਨੇ, ਜਿਵੇਂ ਹੁਣ ਜਿਹੜੇ ਛੋਟੇ ਬੱਚੇ 18 ਸਾਲ ਤੋਂ ਘੱਟ ਉਹ ਆ ਰਹੇ ਆ, ਜਾਂ ਪੇਰੈਂਟਸ ਆ ਰਹੇ ਆ ਬੱਚਿਆਂ ਦੇ ਨਾਲ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਆ। ਤਾਂ ਉਹ ਇਹ ਸੋਚਦੇ ਆ ਵੀ ਇੰਨੇ ਜ਼ਿਆਦਾ ਬੰਦੇ ਆਉਣ ਦੇ ਨਾਲ ਸਾਡੀ ਸਿਚੁਏਸ਼ਨ ਜਿਹੜੀ ਬਾਰਡਰ ਦੀ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਸਕਦੀ ਆ, ਤੇ ਇਹਨੂੰ ਵੀ ਐਡਰੈਸ ਕਰਨਾ ਜ਼ਰੂਰੀ ਆ। ਤੇ ਇਹ ਜਿਹੜਾ ਬਿੱਲ ਹੈ ਇਹ ਉਹਨਾਂ ਨੇ ਕਿਹਾ ਵੀ ਜਿਹੜੇ ਸਿਸਟਮ ਹੈਗਾ ਉਹਨੂੰ ਇੱਦਾਂ ਦਾ ਬਣਾਇਆ ਜਾਵੇ ਵੀ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸ ਕਰਦੇ ਆ ਲੋਕ, ਉਹਨਾਂ ਨੂੰ ਇੱਕ ਫਾਸਟਰ ਜਿਹੜਾ ਹੈਗਾ ਉਹ ਸਿਸਟਮ ਮਿਲੇ, ਵੀ ਜਲਦੀ ਉਹਨਾਂ ਦਾ ਫੈਸਲਾ ਹੋਵੇ। ਉਹਦੇ ਨਾਲ ਜਿਹੜੇ ਬਾਰਡਰ ਦੀ ਸਿਕਿਉਰਿਟੀ ਆ ਉਹਦੇ ਕੰਸਰਨ ਨੇ ਉਹ ਵੀ ਐਡਰੈਸ ਕੀਤੇ ਜਾਣ। ਤੇ ਇਹਦੇ ਨਾਲ ਜਿਹੜੇ ਉੱਥੇ ਬੱਚੇ ਆਉਂਦੇ ਆ ਬਾਰਡਰ ਤੇ, ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਆ ਜਾਂ ਉਹਨਾਂ ਨੂੰ ਚੰਗੀਆਂ ਥਾਵਾਂ ਤੇ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਮਿਸਟ੍ਰੀਟ ਨਾ ਕਰ ਸਕੇ ਜੇਲ੍ਹਾਂ ਵਗੈਰਾ। ਸੋ ਇਹਦੇ ਸੰਬੰਧਿਤ ਇਹ ਬਿੱਲ ਆ। ਤੇ ਇੱਥੋਂ ਇਹ ਲੱਗਦਾ ਹੈ ਕਿ ਜਿਹੜੀ ਲੈਜਿਸਲੇਸ਼ਨ ਹੈਗੀ ਆ ਉਹ
ਸੈਨੇਟ ਦੇ ਵਿੱਚ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜੀ ਬਾਰਡਰ ਦੀ ਪੋਜੀਸ਼ਨ ਆ ਉਹਦੇ ਤੋਂ ਪ੍ਰਭਾਵਿਤ ਆ, ਤੇ ਇਹਨਾਂ ਦੀ ਕੋਸ਼ਿਸ਼ ਹੈਗੀ ਆ ਕਿ ਉਹਨੂੰ ਵੀ ਐਡਰੈਸ ਕੀਤਾ ਜਾਵੇ। ਤੇ ਨਾਲ ਦੀ ਨਾਲ ਜਿਹੜੇ ਦੋ ਬਿੱਲ ਹਾਊਸ ਨੇ ਪਾਸ ਕੀਤੇ ਸੀ, ਇੱਕ ਜਿਹੜਾ ਹੈਗਾ ਬੱਚਿਆਂ ਵਾਲਾ 18 ਸਾਲ ਤੋਂ ਘੱਟ ਜਿਹੜੇ ਹੈਗੇ ਬੱਚੇ ਉਹਨਾਂ ਨੂੰ ਸਟੇਟਸ ਦੇਣ ਲਈ, ਤੇ ਐਗਰੀਕਲਚਰ ਵਰਕਰ ਲਈ ਇਹਨਾਂ ਨੂੰ ਨਾਲ ਪਾਸ ਕੀਤਾ ਜਾਵੇ। ਇਸੇ ਸਬੰਧ ਦੇ ਵਿੱਚ ਕੱਲ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਐਡਰੈਸ ਕੀਤਾ ਆਪਣਾ ਕਾਂਗਰਸ ਨੂੰ ਜੁਆਇੰਟ ਸੈਸ਼ਨ ਦੇ ਵਿੱਚ, ਉਹਨਾਂ ਨੇ ਇਸ ਗੱਲ ਦੀ ਬੜੀ ਪ੍ਰੋੜਤਾ ਕੀਤੀ ਕਿ ਇਹ ਜਿਹੜੇ ਬਿੱਲ ਹੈਗੇ ਆ ਇਹ ਪਾਸ ਹੋਣੇ ਚਾਹੀਦੇ ਆ, ਕਿਉਂਕਿ ਇਮੀਗ੍ਰੇਸ਼ਨ ਇੱਕ ਬੜਾ ਇੰਪੋਰਟੈਂਟ ਆਸਪੈਕਟ ਆ। ਤੇ ਉਹਨਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੇ ਕਿਹਾ ਕਿ ਇਮੀਗ੍ਰੈਂਟਸ ਹੈਵ ਡਨ ਸੋ ਮਚ ਫॉर ਅਮਰੀਕਾ ਡੂਰਿੰਗ ਦਿਸ ਪੈਂਡੈਮਿਕ ਐਂਡ ਥਰੂ ਆਊਟ ਆਵਰ ਹਿਸਟਰੀ ਦ ਕੰਟਰੀ ਸਪੋਰਟਸ ਇਮੀਗ੍ਰੇਸ਼ਨ ਰਿਫਾਰਮ ਐਂਡ ਵੀ ਸ਼ੁਡ ਐਕਟ। ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਇਮੀਗ੍ਰੈਂਟਸ ਨੇ ਜੋ ਰੋਲ ਪਲੇ ਕੀਤਾ ਪੈਂਡੈਮਿਕ ਦੇ ਵਿੱਚ ਉਹ ਬਹੁਤ ਹੀ ਸ਼ਲਾਘਾਯੋਗ ਆ, ਤੇ ਉਹਨਾਂ ਨੇ ਹਮੇਸ਼ਾ ਅਮਰੀਕਾ ਵਾਸਤੇ ਜਿਹੜਾ ਹੈਗਾ ਅਮਰੀਕਾ ਦੀ ਬਿਹਤਰੀ ਲਈ ਕੰਮ ਕੀਤਾ, ਤੇ ਸਾਨੂੰ ਇਹ ਕਾਨੂੰਨ ਜਿਹੜੇ ਆ ਉਹ ਜ਼ਰੂਰ ਬਣਾਉਣੇ ਚਾਹੀਦੇ ਆ। ਤੇ ਉਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਉਹਨਾਂ ਦੀ ਅਮਰੀਕਾ ਦੀ ਜੌਬਸ ਪਲਾਨ ਹੈਗੀ ਆ, ਤੇ ਜਿਹੜੀ ਇਨਫਰਾਸਟ੍ਰਕਚਰ ਪ੍ਰਪੋਜ਼ਲ ਆ ਜਿਹਦੇ ਵਿੱਚੋਂ ਚਾਹੁੰਦੇ ਕਿ ਸੜਕਾਂ ਬਣਾਈਆਂ ਜਾਣ, ਪੁਲ ਬਣਾਏ ਜਾਣ, ਉਹਨੂੰ ਵੀ ਉਹਨਾਂ ਨੇ ਜਿਹੜਾ ਸੀਗਾ ਉਹ ਕਿਹਾ ਵੀ ਇਹ ਜਿੰਨੀ ਜਲਦੀ ਹੋ ਸਕੇ ਇਹਨੂੰ ਕਰੋ, ਕਿਉਂਕਿ ਉਹਦੇ ਨਾਲ ਜਿੱਥੇ ਜਿਹੜਾ ਅਮਰੀਕਾ ਦਾ ਇਨਫਰਾਸਟ੍ਰਕਚਰ ਹੈਗਾ, ਹੁਣ ਜਿਹੜਾ ਇੰਨਾ ਪੁਰਾਣਾ ਪ੍ਰੈਜ਼ੀਡੈਂਟ ਆਈਜ਼ਨਹਾਵਰ ਦੇ ਵੇਲੇ ਦੀਆਂ ਸੜਕਾਂ ਬਣੀਆਂ ਨੇ ਉਹ ਇੰਪਰੂਵ ਹੋਏਗਾ, ਉਹਦੇ ਨਾਲ ਨਾਲ ਲੋਕਾਂ ਨੂੰ ਜੌਬਸ ਮਿਲਣਗੀਆਂ, ਤੇ ਜਿਹੜਾ ਇਕਨੋਮੀ ਵੀ ਕਾਫੀ ਜ਼ਿਆਦਾ ਇੰਪਰੂਵ ਹੋਏਗੀ, ਕਿਉਂਕਿ ਇਹਨਾਂ ਦਾ ਜਿਹੜਾ ਮੇਨ ਫੋਕਸ ਹੈਗਾ ਪ੍ਰੈਜ਼ੀਡੈਂਟ ਬਾਈਡਨ ਦਾ ਉਹ ਜੌਬਸ ਤੇ ਇਕਨੋਮੀ ਦੇ ਉੱਤੇ ਆ ਹੁਣ। ਤੇ ਜਿਹੜਾ ਕਰੋਨਾ ਵਾਇਰਸ ਸੀ ਉਹਦੇ ਤੇ ਤਾਂ ਕਾਫੀ ਹੱਦ ਤੱਕ ਇਹਨਾਂ ਨੇ ਜਿਹੜੀ ਮਤਲਬ ਵੈਕਸੀਨੇਸ਼ਨ ਹੈਗੀ ਆ ਉਹ ਜਿਸ ਤਰ੍ਹਾਂ ਲੱਗੀ ਆ ਲੋਕਾਂ ਨੂੰ, ਉਹ ਤੇ ਕਾਫੀ ਕਾਮਯਾਬੀ ਮਿਲੀ ਹੈ ਇਸ ਐਡਮਿਨਿਸਟ੍ਰੇਸ਼ਨ ਨੂੰ, ਤੇ ਉਹਦੇ ਨਾਲ ਜਿਹੜੀ ਰੋਕਣ ਦੀ ਉਹਨੂੰ ਕੋਸ਼ਿਸ਼ ਹੋਈ ਆ ਕਰੋਨਾ ਨੂੰ, ਤੇ ਉਹ 'ਚ ਸਫਲਤਾ ਵੀ ਮਿਲੀ ਆ ਕਿ ਜਿਵੇਂ ਹੁਣ ਜੋ ਹਾਲ ਅਮਰੀਕਾ ਦੇ ਵਿੱਚ ਪਿਛਲੇ ਸਾਲ ਸੀ ਉਹ ਆਹ ਸਾਲ ਨਹੀਂ ਆ। ਆਪਾਂ ਦੇਖ ਹੀ ਰਹੇ ਹਾਂ ਇੰਡੀਆ ਵਿੱਚ ਕਿੰਨਾ ਬੁਰਾ ਹਾਲ ਹੈ ਕਰੋਨਾ ਕਰਕੇ, ਪਰ ਅਮਰੀਕਾ ਦੇ ਵਿੱਚ ਇਸ ਐਡਮਿਨਿਸਟ੍ਰੇਸ਼ਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਜਿਹੜੀ ਹੈਗੀ ਕੰਟਰੋਲ 'ਚ ਰਹੀ ਆ। ਤੇ ਕਿਉਂਕਿ ਵੈਕਸੀਨੇਸ਼ਨ ਕਾਫੀ ਜ਼ਿਆਦਾ ਲਾਰਜ ਸਕੇਲ ਤੇ ਹੋਈ ਆ, ਉਹਦੇ ਕਰਕੇ ਹੁਣ ਕਾਫੀ ਜਿਹੜੀ ਹੈਗੀ ਆ ਹਸਪੀਟਲਾਈਜੇਸ਼ਨ ਵਗੈਰਾ ਘਟੀ ਆ। ਤੇ ਇਹ ਵੀ ਇੱਕ ਇਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਕਾਰਗੁਜ਼ਾਰੀ ਆ। ਤੇ ਇਹਨਾਂ ਦੀ ਹੁਣ ਕੋਸ਼ਿਸ਼ ਹੈਗੀ ਆ ਕਿ ਜੌਬਸ ਤੇ ਜਿਹੜੀ ਇਨਫਰਾਸਟ੍ਰਕਚਰ ਹੈਗੀ ਆ ਉਹ ਬਿਲਡ ਕੀਤਾ ਜਾਵੇ। ਤੇ ਇਮੀਗ੍ਰੇਸ਼ਨ ਜਿਹੜੀ ਆ ਉਹਦੇ ਬਾਰੇ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਵੀ ਬੋਲਦੇ ਕਿਹਾ ਤੇ ਕਾਂਗਰਸ ਨੀਡਸ ਟੂ ਪਾਸ ਲੈਜਿਸਲੇਸ਼ਨ ਦਿਸ ਈਅਰ ਟੂ ਫਾਈਨਲੀ ਸਿਕਿਉਰ protection for dreamers, the young people who have only known America as their home, and permanent protection for immigrants who are here on temporary protected status, who came from countries beset by man-made and natural-made violence and disaster, as well as a pathway to citizenship for farm workers who put food on our table. So ਉਹਨਾਂ ਨੇ ਇਹ ਵਕਾਲਤ ਕੀਤੀ ਆ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ 18 ਸਾਲ ਤੋਂ ਘੱਟ ਇੱਥੇ ਆਏ ਆ, ਸਕੂਲ ਗਏ ਆ, ਉਹਨਾਂ ਨੂੰ ਜਿਹੜਾ ਹੈਗਾ ਉਹ ਲੀਗਲਾਈਜ਼ ਕੀਤਾ ਜਾਵੇ। ਉਹਦੇ ਨਾਲ ਨਾਲ ਜਿਹੜੇ TPS ਸਟੇਟਸ ਤੇ ਕੁਝ ਲੋਕ ਨੇ ਜਿਹੜੇ ਕਿ ਉਹ ਜਿਹੀਆਂ ਕੰਟਰੀਆਂ ਤੋਂ ਆਏ ਜਿੱਥੇ ਬੜੀ ਵਾਇਲੈਂਸ ਆ, ਉਹਨਾਂ ਨੂੰ ਪੱਕਾ ਕੀਤਾ ਜਾਵੇ, ਤੇ ਨਾਲੇ ਜਿਹੜੇ ਫਾਰਮ ਵਰਕਰ ਨੇ ਉਹਨਾਂ ਨੂੰ ਵੀ ਸਟੇਟਸ ਦਿੱਤਾ ਜਾਵੇ। ਇਹ ਉਹੀ ਦੋ ਬਿੱਲਾਂ ਦੀ ਗੱਲ ਕਰ ਰਹੇ ਜਿਹੜੇ ਆਪਾਂ ਕਰਕੇ ਹਟੇ ਆ, ਜਿਹੜੇ ਹਾਊਸ ਨੇ ਮਤਲਬ ਪਿੱਛੇ ਜੇ ਪਾਸ ਕਰਕੇ ਸੈਨੇਟ 'ਚ ਭੇਜੇ ਨੇ। ਉਹਨਾਂ ਬਿੱਲਾਂ ਦਾ ਸੰਬੰਧ ਇਹਦੇ ਨਾਲ ਬੱਚਿਆਂ ਨਾਲ ਤੇ ਫਾਰਮ ਵਰਕਰ ਦੇ ਨਾਲ ਤੇ TPS ਨਾਲ ਹੈਗਾ, ਤੇ ਉਹਦਾ ਇਹਨਾਂ ਨੇ ਜ਼ੋਰਦਾਰ ਤਰੀਕੇ ਨਾਲ ਸਮਰਥਨ ਕੀਤਾ ਤੇ ਕਿਹਾ ਵੀ ਇਹਨੂੰ ਪਾਸ ਕਰੋ। ਤੇ ਹੁਣ ਦੇਖਦੇ ਹਾਂ ਵੀ ਜਿਹੜੀ ਸੈਨੇਟ ਹੈਗੀ ਆ ਉਹ ਇਹ ਤੇ ਕੀ ਐਕਸ਼ਨ ਲੈਂਦੀ ਆ। ਹਾਊਸ ਨੇ ਤਾਂ ਪਾਸ ਕੀਤਾ ਹੀ ਆ, ਜੇ ਇਹਨੂੰ ਸੈਨੇਟ ਪਾਸ ਕਰ ਫਿਰ ਪ੍ਰੈਜ਼ੀਡੈਂਟ ਕੋਲ ਜਾਏਗਾ ਸਾਈਨ ਕਰਕੇ ਉਹਦਾ। ਜੇ ਸੈਨੇਟ ਇਹਨੂੰ ਨਹੀਂ ਪਾਸ ਕਰਦੀ ਤਾਂ ਇਹਦੇ ਵਿੱਚ ਕੁਝ ਉਹ ਤਰਮੀਮਾਂ ਕਰ ਸਕਦੇ ਆ, ਤਾਂ ਇਹਦੇ ਵਿੱਚ ਕੁਝ ਅਮੈਂਡਮੈਂਟ ਕਰ ਸਕਦੇ ਆ ਜਾਂ ਇਹਨੂੰ ਚੇਂਜ ਕਰ ਸਕਦੇ ਆ। ਉਹ ਫਿਰ ਹਾਊਸ ਕੋਲ ਦੁਬਾਰਾ ਜਾਏਗਾ ਤੇ ਉੱਥੇ ਦੁਬਾਰਾ ਫਿਰ ਹਾਊਸ ਨੂੰ ਪਾਸ ਕਰੇਗਾ, ਫਿਰ ਪ੍ਰੈਜ਼ੀਡੈਂਟ ਕੋਲ ਜਾਏਗਾ। ਸੋ ਇਸ ਤਰ੍ਹਾਂ ਦੇਖਣ ਵਾਲੀ ਗੱਲ ਆ ਕਿ ਆਉਂਦੇ ਦਿਨਾਂ ਦੇ ਵਿੱਚ ਇਹਨੂੰ ਮਤਲਬ ਕਿਸ ਰੂਪ ਦੇ ਵਿੱਚ ਜਿਹੜੀ US ਸੈਨੇਟ ਹੈਗੀ ਆ ਉਹ ਇੱਥੇ ਕਾਰਵਾਈ ਕਰਦੀ ਹੈ। ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਆਈਸ ਤੋਂ ਹੈਗੀ ਆ। ਆਈਸ ਹੈਗੀ ਆ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਸੀ, ਜਿਹੜੀ ਕਿ ਜਿਹੜੇ ਅਨਡਾਕੂਮੈਂਟਡ ਅਮਰੀਕਾ 'ਚ ਇਮੀਗ੍ਰੈਂਟਸ ਹੈਗੇ ਆ ਇਹਨਾਂ ਨਾਲ ਸੰਬੰਧਿਤ ਆ। ਇਹਨਾਂ ਨੂੰ ਉਹ ਜਿਹੜਾ ਹੈਗਾ ਆਈਸ ਵਾਲੇ ਫੜਦੇ ਆ ਜਾਂ ਡਿਪੋਰਟ ਕਰਦੇ ਆ। ਤੇ ਉਹਨਾਂ ਨੇ ਹੁਣ ਪਿੱਛੇ ਜੇ ਇੱਕ ਡਿਸੀਜਨ ਲਿਆ ਕਿ ਆਈਸ ਜਿਹੜੀ ਹੈਗੀ ਆ ਉਹ ਹੁਣ ਜੇ ਕੋਈ ਬੰਦਾ ਅਨਡਾਕੂਮੈਂਟਡ ਹੈ ਜਾਂ ਓਵਰਸਟੇ ਕਰ ਗਿਆ ਉਹ ਤੋਂ ਫਾਈਨ ਨਹੀਂ ਵਸੂਲੇਗੀ। ਅੱਗੇ ਪਹਿਲਾਂ ਟਰੰਪ ਨੇ ਆਰਡਰ ਕੀਤੇ ਸੀ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਬੰਦੇ ਓਵਰਸਟੇ ਕਰਦੇ ਨੇ ਜਾਂ ਜਿਨ੍ਹਾਂ ਤੇ ਕੋਈ ਡੈਪੂਟੇਸ਼ਨ ਲੱਗੀ ਉਹ ਨਹੀਂ ਜਾਂਦੇ, ਉਹਨਾਂ ਨੂੰ ਫਾਈਨ ਦੇਣਾ ਪਏਗਾ, ਉਹਨਾਂ ਤੋਂ ਫਾਈਨ ਲਿਆ ਜਾਵੇਗਾ। ਪਰ ਹੁਣ ਆਈਸ ਨੇ ਕਿਹਾ ਵੀ ਫਾਈਨ ਲੈਣ ਦਾ ਜਿਹੜਾ ਹੈਗਾ ਕੋਈ ਮਤਲਬ ਨਹੀਂਗਾ ਤੇ ਅਸੀਂ ਫਾਈਨ ਨਹੀਂ ਲਵਾਂਗੇ। ਇਹ ਇੱਕ ਚੰਗਾ ਕਦਮ ਹੈ। ਤੇ ਇਹਦੇ ਨਾਲ ਨਾਲ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਹਦੀ ਜਿਹੜੀ ਡੀਪੋਰਟੇਸ਼ਨ ਦੀ ਪਾਲਿਸੀ ਹੈ ਕਿ
ਇਹ ਸਰਕਾਰ ਦੀ ਇਹ ਨੀਤੀ ਹੈ ਡਿਪੋਰਟੇਸ਼ਨ ਦੀ ਕਿ ਜਿਹੜੇ ਬੰਦੇ ਅਮਰੀਕਾ ਦੇ ਵਿੱਚ 2020 ਨਵੰਬਰ ਤੋਂ ਪਹਿਲਾਂ ਆਏ ਆ ਤੇ ਉਹਨਾਂ ਨੇ ਕੋਈ ਸੀਰੀਅਸ ਕ੍ਰਾਈਮ ਨਹੀਂ ਕੀਤਾ ਤੇ ਉਹ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਨਹੀਂ ਹੈਗੇ, ਉਹ ਬੰਦੇ ਜਿਹੜੇ ਨੇ ਉਹ ਡਿਪੋਰਟ ਨਹੀਂ ਕੀਤੇ ਜਾਣਗੇ। ਸਿਰਫ ਉਹੀ ਬੰਦੇ ਡਿਪੋਰਟ ਹੋਣਗੇ ਜਿਹੜੇ ਜਾਂ ਤਾਂ ਉਹਨਾਂ ਨੇ ਕੋਈ ਕ੍ਰਾਈਮਸ ਕੀਤੇ ਨੇ, ਉਹਨਾਂ ਦੇ ਫੈਲਨੀਜ਼ ਲੱਗੀਆਂ ਨੇ, ਜਾਂ ਜਿਹੜੇ ਅਮਰੀਕਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਆ ਉਹਨੂੰ ਥ੍ਰੈਟ ਨੇ ਤੇ ਜਿਹੜੇ ਟੈਰਰਿਜ਼ਮ ਵਗੈਰਾ ਦੇ ਵਿੱਚ ਇਨਵੋਲਵ ਨੇ, ਤੇ ਜਾਂ ਉਹ ਬੰਦੇ ਜਿਹੜੇ ਕਿ ਨਵੰਬਰ 2020 ਤੋਂ ਬਾਅਦ ਆਏ ਆ ਉਹ ਡਿਪੋਰਟ ਹੋਣਗੇ। ਸੋ ਇਹ ਇੱਕ ਬੜੀ ਜਿਹੜੀ ਮਤਲਬ ਪਾਲਿਸੀ ਹੈਗੀ ਆ ਉਹ ਪਿਛਲੀ ਸਰਕਾਰ ਨਾਲੋਂ ਬਹੁਤ ਡਿਫਰੈਂਟ ਆ। ਉਹਨਾਂ ਦੀ ਪਾਲਿਸੀ ਜਿਹੜੀ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਦੀ, ਉਹ ਸੀਗੀ ਜ਼ੀਰੋ ਟੋਲਰੈਂਸ, ਕਿ ਜਿਹੜਾ ਬੰਦਾ ਆ ਗਿਆ ਉਹਨੂੰ ਇੱਥੋਂ ਡਿਪੋਰਟ ਕਰੋ। ਪਰ ਇਹਨਾਂ ਨੇ ਹੁਣ ਕਾਫੀ ਜ਼ਿਆਦਾ ਇਹ ਚੇਂਜਸ ਕੀਤੀਆਂ, ਜਿਹਦੇ ਮੱਦੇਨਜ਼ਰ ਜੇਲ੍ਹਾਂ ਵਿੱਚੋਂ ਵੀ ਬਹੁਤ ਬੰਦੇ ਬਾਹਰ ਆਏ ਨੇ। ਸਾਡੇ ਆਫਿਸ ਨੇ ਪਿਛਲੇ ਮੇਰੇ ਖਿਆਲ 2 ਵੀਕ ਦੇ ਵਿੱਚ 8-9 ਅਸੀਂ ਮੁੰਡੇ ਛੁਡਾਏ ਅਮਰੀਕਨ ਜੇਲ੍ਹਾਂ ਚੋਂ, ਜਿਹੜੇ 2-2 ਸਾਲ ਤੋਂ ਜੇਲ੍ਹ ਦੇ ਵਿੱਚ ਸੀਗੇ ਤੇ ਉਹਨਾਂ ਦਾ ਕਈ ਵਾਰੀ ਬੌਂਡ ਲਈ ਅਪਲਾਈ ਕੀਤਾ, ਨਹੀਂ ਹੋਇਆ, ਪਰ ਹੁਣ ਉਹਨਾਂ ਨੂੰ ਛੱਡਿਆ ਗਿਆ। ਸੋ ਜਿਨ੍ਹਾਂ ਨੇ ਕੋਈ ਕ੍ਰਾਈਮ ਵਗੈਰਾ ਨਹੀਂ ਕੀਤਾ ਉਹਨਾਂ ਨੂੰ ਛੱਡ ਰਹੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਹੁਣ ਅਮਰੀਕਾ ਦੇ ਜਿਹੜਾ ਬਾਰਡਰ ਆ ਉੱਥੇ ਜਿਹੜਾ ਮਰਜ਼ੀ ਆ ਜਾਵੇ। ਅਸੀਂ ਸਾਰਿਆਂ ਨੂੰ ਇਹੀ ਮੈਂ ਬਾਰ-ਬਾਰ ਬੇਨਤੀ ਕਰਦਾ ਹੁੰਦਾ ਤੇ ਹੁਣ ਵੀ ਕਰ ਰਹੇ ਹਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਆਉਣਾ ਗਲਤ ਆ। ਜਿਹੜੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਖਾਸ ਕਰਕੇ ਮੈਕਸੀਕੋ ਵਾਲਾ ਬਾਰਡਰ, ਉੱਥੇ ਤੁਸੀਂ ਇਸ ਤਰੀਕੇ ਨਾਲ ਨਾ ਆਓ, ਕਿਉਂਕਿ ਤੁਹਾਡੀ ਜਾਨ ਮਾਲ ਨੂੰ ਵੀ ਖਤਰਾ। ਜਿਹੜੇ ਬੰਦੇ ਲੈ ਕੇ ਆਉਂਦੇ ਆ ਉਹੀ ਪਹਿਲਾਂ ਤਾਂ ਜਿਹੜੇ ਹੈਗੇ ਆ ਉਹ ਮਤਲਬ ਗੈਂਗਸਟਰ ਟਾਈਪ ਲੋਕ ਹੁੰਦੇ ਆ, ਤੇ ਤੁਹਾਨੂੰ ਇਹੀ ਨਹੀਂ ਜਿਹੜਾ ਪੱਕਾ ਸ਼ੋਰ ਆ ਕਿ ਤੁਹਾਡੀ ਜਾਨ ਜਿਹੜੀ ਹੈਗੀ ਆ ਉਹ ਵੀ ਬਚੂਗੀ। ਦੂਜਾ ਇਸ ਤਰ੍ਹਾਂ ਹੈ ਕਿ ਇਹ ਗੈਰ ਕਾਨੂੰਨੀ ਆ। ਜੋ ਤੁਸੀਂ ਇੱਕ ਹੋਰ ਮੁਲਕ ਦੇ ਵਿੱਚ ਬਿਨਾਂ ਵੀਜ਼ੇ ਤੋਂ ਆਉਣਾ, ਬਿਨਾਂ ਕਿਸੇ ਕਾਗਜ਼ ਤੋਂ ਆਉਣਾ, ਇਹ ਗਲਤ ਹੈ ਤੇ ਇਹਦੇ ਨਾਲ ਜਿਹੜੇ ਅਮਰੀਕਾ ਦੇ ਰਿਸੋਰਸਿਸ ਨੇ ਜਾਂ ਇੱਥੋਂ ਦੇ ਜਿਹੜਾ ਸਿਸਟਮ ਹੈ ਤੇ ਕਾਫੀ ਸਟੇਨ ਪੈਂਦਾ। ਸੋ ਇਸ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ। ਹਮੇਸ਼ਾ ਜਿਹੜਾ ਸਹੀ ਤਰੀਕਾ ਉਹਦੇ ਨਾਲ ਹੀ ਇਸ ਕੰਟਰੀ ਦੇ ਵਿੱਚ ਆਉਣਾ ਚਾਹੀਦਾ। ਤੇ ਹੋਰ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਇਹਦੇ ਨਾਲ ਨਾਲ ਉਹ ਹੁਣ ਆਪਾਂ ਗੱਲ ਕਰਾਂਗੇ ਵੀਜ਼ਾ ਬੁਲੇਟਿਨ ਦੀ, ਕਿਉਂਕਿ ਜਿਹੜਾ ਵੀਜ਼ਾ ਬੁਲੇਟਿਨ ਹੈਗਾ ਉਹ ਹੁਣ ਆ ਚੁੱਕਾ ਹੈਗਾ ਆਪਣਾ ਮਈ ਦਾ। ਤੇ ਮਈ ਦੇ ਜਿਹੜੇ ਨੰਬਰਸ ਨੇ ਉਹ ਜ਼ਿਆਦਾ ਮੂਵ ਨਹੀਂ ਹੋਏ, ਕਿਉਂਕਿ ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਇੰਡੀਆ ਦੀ ਸਿਚੁਏਸ਼ਨ ਹੈਗੀ ਆਪਣੀ, ਖਾਸ ਕਰਕੇ ਉੱਥੇ ਮੁੰਬਈ ਜਾਂ ਦਿੱਲੀ, ਉੱਥੇ ਬਹੁਤ ਜ਼ਿਆਦਾ ਕਰੋਨਾ ਵਾਇਰਸ ਹੋਣ ਕਰਕੇ, ਕੋਵਿਡ ਹੋਣ ਕਰਕੇ ਜਿਹੜੀਆਂ ਇੰਟਰਵਿਊਜ਼ ਹੈਗੀਆਂ ਤੇ ਮਈ ਦੀਆਂ ਕੈਂਸਲ ਹੋ ਗਈਆਂ। ਸੋ ਜਿਹੜੀਆਂ ਇੰਟਰਵਿਊਜ਼ ਉੱਥੇ ਹੋਣੀਆਂ ਸੀ ਉਹ ਕੈਂਸਲ ਹੋ ਗਈਆਂ। ਤੇ ਇਹ ਜਿਹੜੀਆਂ ਵੀਜ਼ਾ ਬੁਲੇਟਿਨ ਤੇ ਕੈਟਾਗਰੀਜ਼ ਨੇ ਜ਼ਿਆਦਾ, ਜਿਵੇਂ ਕਿ ਐਫ ਜਿਹੜੀ ਹੈਗੀ ਆ 1 ਕੈਟਾਗਰੀ ਹੈਗੀ ਆ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ, ਤੇ ਉਸ ਤੋਂ ਬਾਅਦ ਹੈਗੀ ਆ ਸਪਾਊਸਸ ਐਂਡ ਚਿਲਡਰਨ ਐਂਡ ਅਨਮੈਰਿਡ ਸਨਸ ਐਂਡ ਡਾਟਰਸ ਆਫ ਪਰਮਾਨੈਂਟ ਰੈਜ਼ੀਡੈਂਟ, ਫਿਰ ਸਪਾਊਸਸ ਐਂਡ ਚਿਲਡਰਨ ਆਫ ਪਰਮਾਨੈਂਟ ਰੈਜ਼ੀਡੈਂਟ F2A ਆ। F2B ਕੈਟਾਗਰੀ ਹੈਗੀ ਆ ਅਨਮੈਰਿਡ ਸਨਸ ਐਂਡ ਡਾਟਰਸ ਆਫ ਪਰਮਾਨੈਂਟ ਰੈਜ਼ੀਡੈਂਟਸ। F3 ਕੈਟਾਗਰੀ ਹੈਗੀ ਆ ਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ, ਤੇ F4 ਕੈਟਾਗਰੀ ਹੈਗੀ ਬ੍ਰਦਰਸ ਐਂਡ ਸਿਸਟਰਸ ਆਫ ਅਡਲਟ US ਸਿਟੀਜ਼ਨਸ। ਇਹ ਜਿਹੜੀਆਂ ਕੈਟਾਗਰੀਜ਼ ਨੇ, ਇਹਨਾਂ ਵਿੱਚੋਂ ਬਹੁਤੀਆਂ ਕੈਟਾਗਰੀਆਂ ਜਿਹੜੀਆਂ ਨੇ ਉਹਨਾਂ ਤੇ ਬੈਨ ਲਾਇਆ ਹੋਇਆ ਸੀਗਾ ਪ੍ਰੈਜ਼ੀਡੈਂਟ ਟਰੰਪ ਨੇ, ਜਿਹੜਾ ਕਿ ਪਹਿਲਾਂ ਉਹਨੇ ਅਪ੍ਰੈਲ ਤੋਂ ਜੂਨ ਤੱਕ ਲਾਇਆ, ਫਿਰ ਜੂਨ ਤੋਂ ਦਸੰਬਰ ਤੱਕ ਲਾਇਆ, ਫਿਰ ਉਹ ਜਾਂਦਾ ਜਾਂਦਾ ਮਾਰਚ ਤੱਕ ਐਕਸਟੈਂਡ ਕਰ ਗਿਆ। ਇਸ ਬੈਨ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਫਰਵਰੀ ਦੇ ਵਿੱਚ ਤੋੜਿਆ, ਐਗਜ਼ੈਕਟਿਵ ਆਰਡਰ ਦੇ ਨਾਲ ਉਹਨਾਂ ਨੇ ਬੈਨ ਖਤਮ ਕਰ ਦਿੱਤਾ। ਤੇ ਹੁਣ ਜਿਹੜੀਆਂ ਡੇਟਾਂ ਚੱਲ ਰਹੀਆਂ ਨੇ ਇਹਨਾਂ ਕੈਟਾਗਰੀ ਦੀਆਂ ਉਹ ਤੁਹਾਨੂੰ ਮੈਂ ਦੱਸ ਦਿੰਦਾ। ਜਿਹੜੀ F1 ਕੈਟਾਗਰੀ ਆ ਉੱਤੇ ਚੱਲ ਰਿਹਾ 22 ਅਕਤੂਬਰ 2014। F2A ਕੈਟਾਗਰੀ ਕਰੰਟ ਆ। F2A ਕੈਟਾਗਰੀ ਆ ਜਿਹੜੇ ਕਿ ਸਪਾਊਸਸ ਤੇ ਬੱਚੇ ਨੇ ਗ੍ਰੀਨ ਕਾਰਡ ਹੋਲਡਰ ਦੇ ਅੰਡਰ 21, ਉਹ ਅਜੇ ਕਰੰਟ ਚੱਲ ਰਹੀ ਆ, ਉਹਦੀ ਕੋਈ ਜਿਹੜੀ ਪ੍ਰਾਇੋਰਟੀ ਨਹੀਂ ਹੈਗੀ। F2B ਜਿਹੜੀ ਕੈਟਾਗਰੀ ਆ ਇਹਦਾ ਚੱਲ ਰਿਹਾ 15 ਅਗਸਤ 2015। F3 ਕੈਟਾਗਰੀ ਜਿਹੜੀ ਆ ਇਹ ਹੈਗੀ ਜਿਹੜੇ ਮੈਰਿਡ ਬੱਚੇ ਨੇ US ਸਿਟੀਜ਼ਨ ਦੇ, ਇਹਦਾ ਚੱਲ ਰਿਹਾ 22 ਅਗਸਤ 2008। ਤੇ F4 ਕੈਟਾਗਰੀ ਜਿਹੜੀ ਆ ਉਹ ਹੈਗੀ ਭਰਾ ਭੈਣ, ਜਦੋਂ ਕੋਈ ਵੀ ਆਪਣਾ US ਸਿਟੀਜ਼ਨ ਭਰਾ ਭੈਣ ਦਾ ਅਪਲਾਈ ਕਰਦਾ, ਇਹਦਾ ਚੱਲ ਰਿਹਾ ਜੀ 15 ਅਪ੍ਰੈਲ 2005। ਸੋ ਇਹਨਾਂ ਕੈਟਾਗਰੀਜ਼ ਦੇ ਵਿੱਚ ਜਿਹੜਾ ਹੈਗਾ ਇਹ ਹੁਣ ਇਸ ਟਾਈਮ ਤੇ ਮਈ ਦੀਆਂ ਡੇਟਾਂ ਨੇ। ਤੇ ਇਸ ਤੋਂ ਇਲਾਵਾ ਜਿਹੜੀਆਂ ਡੇਟਾਂ ਦੇ ਪੇਪਰ ਲੈ ਰਹੇ ਨੇ NVC ਵਾਲੇ, ਉਹਨਾਂ ਦੀ ਚਿੱਠੀਆਂ ਜਾਂਦੀਆਂ ਵੀ ਹੁਣ ਤੁਹਾਡਾ ਕੇਸ ਨੇੜੇ ਆ ਗਿਆ, ਪੇਪਰ ਭੇਜੋ। ਉਹ ਹੈਗੀਆਂ ਜੀ F1 ਕੈਟਾਗਰੀ ਤੋਂ 1 ਅਕਤੂਬਰ 2015, F2A ਦਾ 1 ਅਪ੍ਰੈਲ 2021, F2B ਦਾ 22 ਜੂਨ 2016, F3 ਕੈਟਾਗਰੀ ਦਾ 22 ਜੂਨ 2009 ਤੇ F4 ਕੈਟਾਗਰੀ ਦਾ 1 ਦਸੰਬਰ 2005। ਸੋ ਜਿਨ੍ਹਾਂ ਨੇ F4 ਕੈਟਾਗਰੀ 'ਚ ਭਰਾ ਭੈਣ ਦਾ ਦਸੰਬਰ 2005 ਤੱਕ ਅਪਲਾਈ ਕੀਤਾ, ਕਿਸੇ ਨੇ ਨਵੰਬਰ 5 'ਚ ਕੀਤਾ, ਅਕਤੂਬਰ ਜਾਂ ਅਗਸਤ 'ਚ, ਉਹਨਾਂ ਨੂੰ ਹੁਣ ਚਿੱਠੀਆਂ ਆ ਰਹੀਆਂ NVC ਤੋਂ ਕਿ ਤੁਸੀਂ ਸਿਵਲ ਡਾਕੂਮੈਂਟ ਜਮ੍ਹਾਂ ਕਰਾਓ, ਜਿਨ੍ਹਾਂ ਵਿੱਚ ਕਿ ਜਿਹੜੀ ਪੁਲਿਸ ਰਿਪੋਰਟ ਹੁੰਦੀ ਆ, ਪਾਸਪੋਰਟ ਕਲੀਅਰੈਂਸ ਰਿਪੋਰਟ ਹੁੰਦੀ ਆ, ਉਹਦੇ ਨਾਲ ਜਿਹੜੇ ਹੈਗੇ ਆ ਆਪਣੇ ਮੈਰਿਜ ਸਰਟੀਫਿਕੇਟ, ਬਰਥ ਸਰਟੀਫਿਕੇਟ, ਇਹਦੀਆਂ ਕਾਪੀਜ਼ ਹੁੰਦੀਆਂ ਨੇ, ਫਿਰ ਐਫੀਡੇਵਿਟ ਆਫ ਸਪੋਰਟ ਮੰਗਦੇ ਨੇ ਉਹ ਵੀਜ਼ਾ ਫੀਸਾਂ। ਸੋ ਇਹ ਜਿਹੜੀਆਂ ਚਿੱਠੀਆਂ ਇਹਨਾਂ ਨੂੰ ਆ ਰਹੀਆਂ ਨੇ ਇਹਨਾਂ ਡੇਟਾਂ ਨੂੰ। ਪਰ ਜਿਹੜੇ ਵੀਜ਼ੇ ਹੁਣ ਮਤਲਬ ਮਿਲਣਗੇ ਜਾਂ ਮਿਲਣ ਜਾ ਰਹੇ ਆ
ਉਹ ਜਿਹੜਾ ਤੁਹਾਨੂੰ ਮੈਂ ਅੱਗੇ ਦੱਸੀਆਂ ਸੀ ਡੇਟਾਂ F4 ਕੈਟਾਗਰੀ 'ਚ 15 ਅਪ੍ਰੈਲ 2005, F3 'ਚ 22 ਅਗਸਤ 2008, F2B 'ਚ 15 ਅਗਸਤ 2015 ਤੇ F1 'ਚ ਹੈਗੀ ਆ 22 ਅਕਤੂਬਰ 2014। ਤੇ ਇਹ ਜਿਹੜਾ April ਦਾ ਵੀਜ਼ਾ ਬੁਲਟਨ ਆ ਉਹਦੇ ਮੁਤਾਬਕ ਜਿਹੜੀਆਂ ਡੇਟਾਂ ਸੀਗੀਆਂ ਇਹ ਤਕਰੀਬਨ ਜ਼ਿਆਦਾ ਮੂਵ ਨਹੀਂ ਹੋਇਆ। ਦੇਖੋ April ਦੇ ਵਿੱਚ ਜਿਹੜੀ F2B ਕੈਟਾਗਰੀ ਸੀਗੀ ਉਹ ਚੱਲ ਰਹੀ ਸੀ 15 ਅਗਸਤ 2015 ਤੇ ਜਿਹੜੀ F3 ਕੈਟਾਗਰੀ ਸੀ ਉਹ ਚੱਲ ਰਹੀ ਸੀਗੀ 8 ਅਗਸਤ 2008, ਉਹ ਹੁਣ 22 ਅਗਸਤ ਨੂੰ ਹੋਈ ਆ। ਤੇ F4 ਚੱਲ ਰਹੀ ਸੀਗੀ 8 ਅਪ੍ਰੈਲ 2005 ਤੇ ਉਹ ਹੁਣ 15 ਅਪ੍ਰੈਲ ਤੱਕ ਹੀ ਪਹੁੰਚੀ ਆ। ਸੋ ਬਹੁਤ ਸਲੋ ਆ। ਤੇ ਇਹ ਜਿਹੜਾ ਸਲੋ ਇੰਨਾ ਹੋਇਆ ਉਹਦਾ ਕਾਰਨ ਇੱਕ ਵੱਡਾ ਕੋਵਿਡ ਆ, ਕਿਉਂਕਿ ਕੋਵਿਡ ਕਰਕੇ ਜਿਹੜੀ ਐਮਬੈਸੀ ਹੈਗੀ ਖਾਸ ਕਰਕੇ ਮੁੰਬਈ ਵਾਲੀ ਉਹ ਇੰਟਰਵਿਊਜ਼ ਨਹੀਂ ਕਰ ਰਹੀ, ਜਿਹਦੇ ਕਰਕੇ ਕਿ ਇਹ ਜਿਹੜੀਆਂ ਕੈਟਾਗਰੀਆਂ ਤੇਜ਼ ਮੂਵ ਨਹੀਂ ਹੋ ਰਹੀਆਂ। ਅਸੀਂ ਆਸ ਰੱਖਦੇ ਹਾਂ ਵੀ ਤੇਜ਼ ਮੂਵ ਹੋਣ ਤਾਂ ਕਿ ਜਿਹੜੇ ਲੋਕਾਂ ਨੂੰ 15-15 ਸਾਲ ਲੱਗ ਰਹੇ ਆਉਣ ਨੂੰ ਉਹ ਥੋੜਾ ਜਿਹਾ ਫਾਸਟ ਹੋਵੇ। ਤੇ ਇਹਦੇ ਨਾਲ ਜਿਹੜੀ ਇੱਕ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਕਿ ਨਿਊਯਾਰਕ ਸਿਟੀ ਜਿਹੜੀ ਆ ਉਹ 100% ਰੀਓਪਨ ਹੋ ਜਾਏਗੀ ਜੁਲਾਈ 1 ਨੂੰ। ਸੋ ਜਿਹੜੇ ਮੇਅਰ ਹੈਗੇ ਉੱਥੋਂ ਦੇ ਉਹਨਾਂ ਨੇ ਕਿਹਾ ਕਿ ਨਿਊਯਾਰਕ ਸਿਟੀ ਜਿਹੜੀ ਆ ਉਹ ਜੁਲਾਈ 1 ਨੂੰ ਅਸੀਂ ਓਪਨ ਕਰ ਦਿਆਂਗੇ। ਸੋ ਇੱਥੋਂ ਆਸ ਹੋ ਸਕਦੀ ਆ ਵੀ ਜਿਹੜੀਆਂ ਕੋਰਟਾਂ ਨੇ ਇਮੀਗ੍ਰੇਸ਼ਨ ਕੋਰਟਾਂ ਉਹ ਵੀ ਖੁੱਲ੍ਹ ਜਾਣ, ਕਿਉਂਕਿ ਜਿਹੜੀ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਆ ਉਹ ਹੁਣ ਫੇਰ ਬੰਦ ਹੋ ਗਈ ਆ 18 ਮਈ ਤੱਕ। ਉਹ ਹਰ ਮਹੀਨੇ ਬਾਅਦ ਐਕਸਟੈਂਡ ਕਰ ਦਿੰਦੇ ਆ। ਤੇ ਹੁਣ ਜਦੋਂ ਅੱਜ ਮੇਅਰ ਨੇ ਕਿਹਾ ਵੀ ਅਸੀਂ 1 ਜੁਲਾਈ ਤੋਂ 100% ਓਪਨ ਕਰ ਦਾਂਗੇ ਤਾਂ ਹੋ ਸਕਦਾ ਵੀ ਹੁਣ ਜਿਹੜੀ ਇਮੀਗ੍ਰੇਸ਼ਨ ਕੋਡ ਨਿਊਯਾਰਕ ਦੀ ਆ ਉਹ ਵੀ ਜੁਲਾਈ ਤੋਂ ਖੁੱਲ੍ਹ ਜਾਵੇ। ਤੇ ਇੱਥੇ ਇੱਕ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਆਪਾਂ ਜਲਦੀ ਫੇਰ ਮਿਲਦੇ ਹਾਂ। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ईस्ट कोस्ट दी शानदार ट्रकिंग कंपनी टिब्बी एक्सप्रेस इंक न्यू जर्सी, पेंसिल्वेनिया, ओहायो, इंडियाना, कंटकी वास्ते पक्के अते बैंक एंड फोर्थ लोड डेडिकेटेड रन एंड हुकअप ड्रॉप दी सुविधा। नवे ट्रक अते ड्राइवरां नू वधिया रेट, 6 महीने बाद ड्राइवर भरावां नू बोनस, सवेर तो शाम तक लोकल काम करन वाले ड्राइवरां वीरां नू $25 प्रति घंटा। न्यू जर्सी, पेंसिल्वेनिया, ओहायो, इंडियाना, कंटकी वास्ते लोकल काम लई ड्राइवर वीर संपर्क करो। कॉल हैप्पी टिब्बी 609-947-4777। ब्राउनस्टाउन मिशिगन मिडवेस्ट दी नामी ट्रांसपोर्ट कंपनी संधू ट्रांसपोर्ट कंपनी मिडवेस्ट टू नॉर्थ ईस्ट, न्यूयॉर्क, मैरीलैंड, पेंसिल्वेनिया, न्यू जर्सी ਅਤੇ ਟੈਕਸਸ, ਓਕਲਾਹੋਮਾ ਅਤੇ ਪੈਸੀਫਿਕ ਦੇ ਹਰ ਤਰ੍ਹਾਂ ਦੇ ਡਰਾਈ ਅਤੇ ਰੈਫਰੀਜਰੇਟਰ ਵਾਲੇ ਲੋਡ। ਮਿਸ਼ੀਗਨ ਟੂ ਇੰਡੀਅਨ ਐਪਲਸ ਲੋਕਲ ਲੋਡ ਵੱਡੀ ਗਿਣਤੀ ਵਿੱਚ ਓਨ ਆਪਰੇਟਰ ਅਤੇ ਡਰਾਈਵਰ ਵੀਰ ਸੰਪਰਕ ਕਰਨ। ਡਰਾਈਵਰ ਵੀਰਾਂ ਲਈ ਸਾਈਨ ਇਨ ਬੋਨਸ ਕਾਲ ਜੀ ਸੰਧੂ 7349312313 7346204900। 2201 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ।
661 304 7500 661 885 8858। S&S ਬ੍ਰੋਕਰਸ ਇਨਕਾਰਪੋਰੇਸ਼ਨ ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲੀਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਐਕਸੈਸ ਸੋਲਿਊਸ਼ਨ ਗਰੁੱਪ, ਸ਼ੈਡ, ਸਕੈਫੋਲਡਿੰਗ ਅਤੇ ਹੋਇਸਟ। ਪੰਜਾਬੀਆਂ ਦੀ ਨਿਊਯਾਰਕ ਵਿੱਚ ਇਮਾਰਤ ਸਾਜ਼ੀ ਦੀਆਂ ਲੋੜਾਂ ਦੇ ਲਈ ਵੱਡੀ ਕੰਪਨੀ ਐਕਸੈਸ ਸੋਲਿਊਸ਼ਨ ਗਰੁੱਪ, ਜੋ ਪ੍ਰੋਵਾਈਡ ਕਰਵਾਉਂਦੇ ਨੇ ਪਾਈਪਸ, ਸਕੈਫੋਲਡਿੰਗ, ਸਾਈਡ ਵਾਕ ਸ਼ੈਡ, ਐਨਕਲੋਜ਼ਰ, ਹੋਇਸਟ, ਐਲੀਵੇਟਰ, ਪਲੇਟਫਾਰਮ, ਸ਼ੋਰਿੰਗ ਤੇ ਡੈਬਰੀ ਸ਼ੋਇਟ। ਕੰਸਟਰਕਸ਼ਨ ਕੰਪਨੀਆਂ ਦੇ ਵਿੱਚ ਭਰੋਸੇਮੰਦ ਗਰੁੱਪ ਦਾ ਫਾਇਦਾ ਉਠਾਉਣ ਵਾਸਤੇ ਭੁਪਿੰਦਰ ਸਿੰਘ ਬੋਪਾਰਾਏ ਨੂੰ 212 321 0045 ਤੇ ਕਾਲ ਕਰੋ। ਐਕਸੈਸ ਸੋਲਿਊਸ਼ਨ ਗਰੁੱਪ। ਗਲੋਬਲ ਫਰਾਈਟ ਕਰੀਅਰ ਇੰਕ, ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ। ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟ ਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ ਐਂਡ ਸਾਜਿਦ ਤਰਾਰ। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਹਾਂਜੀ, ਤੁਹਾਡਾ ਸਵਾਗਤ ਹੈ ਬ੍ਰੇਕ ਤੋਂ ਬਾਅਦ। ਤੇ ਹੁਣ ਮੈਂ ਕੁਝ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਦੇਣ ਲੱਗਿਆ। ਤੇ ਸਾਰਿਆਂ ਨੂੰ ਬੇਨਤੀ ਆ ਕਿ ਅੱਗੇ ਤੋਂ ਵੀ ਤੁਸੀਂ ਫੇਸਬੁੱਕ ਤੇ ਜਾਂ YouTube ਦੇ ਉੱਤੇ ਇਸ ਵੀਡੀਓ ਥੱਲੇ ਆਪਣੇ ਜੇ ਸਵਾਲ ਲਿਖੋਗੇ ਤਾਂ ਮੈਂ ਉਹਦੇ ਤੁਹਾਨੂੰ ਅਗਲੇ ਵੀਕ ਜਵਾਬ ਦਿਆਂਗਾ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਹਫਤਾਵਾਰੀ ਪ੍ਰੋਗਰਾਮ ਹੈ। ਤੇ ਇੱਥੇ ਜਿੱਥੇ ਆਪਾਂ ਅਪਡੇਟਸ ਦੀ ਗੱਲ ਕਰਨੀ ਹੈ, ਉੱਥੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਵੀ ਦੇਣੇ ਆ। ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਆਪਣੇ ਸਵਾਲ ਮੈਨੂੰ ਲਿਖ ਕੇ ਭੇਜੋ ਤੇ ਉਹਦਾ ਮੈਂ ਜਵਾਬ ਜਿਹੜਾ ਹੈਗਾ ਉਹ ਜ਼ਰੂਰ ਦਊਂਗਾ। ਤੇ ਹੁਣ ਕੁਝ ਸਵਾਲ ਜਿਹੜੇ ਮੈਨੂੰ ਆਏ ਆ ਮੈਂ ਜਵਾਬ ਦੇਣ ਲੱਗਿਆ। ਤੇ ਇੱਕ ਸਵਾਲ ਤਾਂ ਇਹ ਆ, ਉਹ ਕਹਿੰਦੇ ਸਰ ਸਾਡਾ ਕੇਸ ਜਿਹੜਾ ਹੈ 4 ਕੈਟਾਗਰੀ 2006 ਚ ਅਪਲਾਈ ਕੀਤਾ ਸੀਗਾ ਤੇ ਸਾਨੂੰ ਅਜੇ ਤੱਕ ਇਹ ਦੱਸੋ ਵੀ ਇਹ ਸਾਡੀ ਵਾਰੀ ਕਦੋਂ ਆਏਗੀ, ਸਾਨੂੰ ਬਹੁਤ ਸਾਲ ਹੋ ਗਏ ਉਡੀਕਦੇ ਨੂੰ। ਮੈਂ ਹੁਣੇ ਹੀ ਦੱਸ ਕੇ ਹਟਿਆ ਜੀ ਕਿ ਜਿਹੜਾ ਮਈ ਦਾ ਵੀਜ਼ਾ ਬੁਲਟਨ ਹੈ ਉਹਦੇ ਮੁਤਾਬਕ ਜਿਹੜੀ ਹੁਣ ਡੇਟ ਚੱਲ ਰਹੀ ਹੈ 4 ਕੈਟਾਗਰੀ ਦੀ ਉਹ 15 ਅਪ੍ਰੈਲ 2005 ਚੱਲ ਰਹੀ ਹੈ। ਸੋ ਤੁਸੀਂ ਜੇ 2006 ਚ ਅਪਲਾਈ ਕੀਤਾ ਤਾਂ ਇਹਦਾ ਮਤਲਬ ਹੈ ਵੀ ਸਾਲ ਹੋਰ ਲੱਗ ਸਕਦਾ। ਬਾਕੀ ਜਿਹੜੇ ਹਿਸਾਬ ਨਾਲ ਕੈਟਾਗਰੀਆਂ ਸਲੋ ਨੇ ਇਸ ਕਰਕੇ ਨੇ ਕਿ ਜਿਹੜੀ ਕੋਵਿਡ ਦੀ ਪ੍ਰੋਬਲਮ ਹੈ, ਕਿਉਂਕਿ ਪਹਿਲਾਂ ਪਿਛਲੇ ਸਾਲ ਤਾਂ ਇੱਕ ਬੈਨ ਲੱਗਿਆ ਸੀ ਜਿਹੜਾ ਕਿ ਟਰੰਪ ਨੇ 1 ਸਾਲ ਤਕਰੀਬਨ ਬੈਨ ਨਾਲ ਲਗਾ ਕੇ ਰੱਖਿਆ, ਉਹਦੇ ਕਰਕੇ ਸਲੋ ਸੀ। ਪਰ ਹੁਣ ਜਿਹੜੀਆਂ ਕੈਟਾਗਰੀ ਸਲੋ ਆ ਉਹ ਇਸ ਕਰਕੇ ਆ ਕਿ ਕੋਵਿਡ ਕਰਕੇ। ਸੋ ਇਸ ਕਰਕੇ ਅਜੇ ਵੇਟ ਕਰਨੀ ਪਏਗੀ ਤੁਹਾਨੂੰ ਤਕਰੀਬਨ 1 ਸਾਲ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਇਹ ਕਹਿੰਦੇ ਨੇ ਕਿ ਮੇਰੀ ਜਿਹੜੀ ਵਾਈਫ ਸਿਟੀਜ਼ਨ ਆ ਉਹਨੇ ਮੇਰੇ ਲਈ ਅਪਲਾਈ ਕੀਤਾ ਤੇ ਸਾਡੇ ਜਿਹੜੇ ਸਾਰੇ ਪੇਪਰ ਵੈਸੇ ਚਲੇ ਗਏ ਸੀਗੇ 2020 ਚ ਤੇ ਅਜੇ ਤੱਕ ਇੰਟਰਵਿਊ ਸਾਨੂੰ ਨਹੀਂ ਆਈ। ਦੇਖੋ 2020 ਜਿਹੜੀ US ਸਿਟੀਜ਼ਨ ਦੀ ਜਿਹੜੀ ਕੈਟਾਗਰੀ ਸੀਗੀ ਹਸਬੈਂਡ ਵਾਈਫ ਦੀ, ਇਹ ਤਾਂ ਕੋਈ ਬੈਨ ਨਹੀਂ ਸੀ ਕਿਉਂਕਿ ਫਸਟ ਪ੍ਰੈਫਰੈਂਸ ਕੈਟਾਗਰੀ ਹੈਗੀ ਆ ਵੈਸੇ ਵੀ ਇਹ, ਲੇਕਿਨ ਅੰਬੈਸੀ ਬੰਦ ਰਹੀ ਆ ਕੋਵਿਡ ਕਰਕੇ, ਉਹਦੇ ਕਰਕੇ ਡਿਲੇ ਸੀ। ਤੇ ਹੁਣ ਸਾਡੀਆਂ ਆਪ ਖੁਦ ਸਾਡੇ ਆਫਿਸ ਦੀਆਂ 4 ਇੰਟਰਵਿਊਆਂ April ਚ ਆਈਆਂ ਸੀਗੀਆਂ, ਜਿਹੜੇ ਕਿ US ਸਿਟੀਜ਼ਨ ਦੇ ਵਿਆਹ ਦੇ ਕੇਸ ਸੀ, ਉਹ 4 ਹੀ ਅਡਜਰਨ ਹੋ ਗਈਆਂ, ਉਹਨਾਂ ਨੇ ਪੋਸਟਪੋਨ ਕਰਤੀਆਂ ਤੇ ਉਹਨਾਂ ਨੇ ਈਮੇਲਾਂ ਕੀਤੀਆਂ ਵੀ ਤੁਹਾਨੂੰ ਅਸੀਂ April ਤੇ ਮਈ ਦੇ ਵਿੱਚ ਨਹੀਂ ਬੁਲਾਵਾਂਗੇ, ਮਈ ਤੋਂ ਬਾਅਦ ਦੁਬਾਰਾ ਬੁਲਾਵਾਂਗੇ। ਲੇਕਿਨ ਤੁਹਾਨੂੰ ਚਾਹੀਦਾ ਸਾਰਿਆਂ ਨੂੰ ਕਿ ਤੁਸੀਂ ਜ਼ਰੂਰ ਆਪਣੇ ਜੇ ਤੁਹਾਡੇ ਕੋਲ ਵਕੀਲ ਹੈਗਾ ਉਹਨਾਂ ਨੂੰ ਕਹੋ, ਉਹਨਾਂ ਨਾਲ ਸੰਪਰਕ ਕਰਨ ਜਾਂ ਤੁਸੀਂ ਆਪ ਉਹਨਾਂ ਨੂੰ ਈਮੇਲ ਕਰੋ ਤੇ ਮਈ ਤੋਂ ਬਾਅਦ ਹੋਪਫੁਲੀ ਇਹਦੀ ਡੇਟ ਜਿਹੜੀ ਆ ਸਕਦੀ ਹੈ।
ਇਹ ਤੋਂ ਬਾਅਦ ਅਗਲਾ ਸਵਾਲ ਹੈ ਜੀ, ਉਹਨਾਂ ਨੇ ਕਿਹਾ ਕਿ ਅਸੀਂ ਕੰਡੀਸ਼ਨ ਰਿਮੂਵਲ ਦਾ ਕੇਸ ਅਪਲਾਈ ਕੀਤਾ ਸੀਗਾ ਤੇ ਉਹਨੂੰ ਕਿੰਨਾ ਟਾਈਮ ਲੱਗਦਾ ਅਮਰੀਕਾ ਦੇ ਵਿੱਚ। ਇਹ ਕੰਡੀਸ਼ਨ ਰਿਮੂਵਲ ਦੀ ਜਿਹੜੀ ਐਪਲੀਕੇਸ਼ਨ ਹੈ ਇਹ 751 ਜਿਹੜੀ ਐਪਲੀਕੇਸ਼ਨ ਨੂੰ ਭਰੀ ਜਾਂਦੀ ਹੈ। ਉਹਦਾ ਮਤਲਬ ਹੈ ਕਿ ਜਦੋਂ ਵੀ ਕੋਈ ਬੰਦਾ ਵਿਆਹ ਦੀ ਬੇਸ ਤੇ ਇੱਥੇ ਆਉਂਦਾ ਤਾਂ ਉਹਨੂੰ 2 ਸਾਲ ਦਾ ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ ਜੇ ਉਹਦੇ ਵਿਆਹ ਨੂੰ 2 ਸਾਲ ਤੋਂ ਘੱਟ ਟਾਈਮ ਹੋਇਆ। ਜੇ ਵਿਆਹ ਹੋਏ ਨੂੰ 2 ਸਾਲ ਤੋਂ ਉੱਪਰ ਹੋ ਗਏ, ਜਿਵੇਂ ਕਈਆਂ ਨੂੰ 4-5 ਸਾਲ ਹੋ ਜਾਂਦੇ, ਉਹਨੂੰ ਫਿਰ ਸਿੱਧਾ 10 ਸਾਲ ਦਾ ਗ੍ਰੀਨ ਕਾਰਡ ਵੀ ਮਿਲ ਜਾਂਦਾ। ਸੋ ਜੇ 2 ਸਾਲ ਦਾ ਮਿਲਿਆ ਤਾਂ 2 ਸਾਲ ਪੂਰੇ ਹੋਣ ਤੋਂ 3 ਮਹੀਨੇ ਪਹਿਲਾਂ ਕੰਡੀਸ਼ਨ ਰਿਮੂਵਲ ਲਈ ਅਪਲਾਈ ਕੀਤਾ ਜਾਂਦਾ। ਇਹ ਪਟੀਸ਼ਨ 2 ਕਿਸਮ ਦੀ ਹੁੰਦੀ ਆ। ਇੱਕ ਤਾਂ ਜਿਹੜੀ ਹੈਗੀ ਜੁਆਇੰਟ ਪਟੀਸ਼ਨ ਹੋ ਜਾਂਦੀ ਵੀ ਹਸਬੈਂਡ ਵਾਈਫ ਦੋਨੇ ਸਾਈਨ ਕਰਦੇ ਆ ਤੇ ਨਾਲ ਸਾਰੇ ਪ੍ਰੂਫ ਜਾਂਦੇ ਆ। ਤੇ ਜੇ ਹਸਬੈਂਡ ਵਾਈਫ ਦੀ ਨਹੀਂ ਬਣਦੀ ਜਾਂ ਕਈਆਂ ਦਾ ਡਿਵੋਰਸ ਹੋ ਜਾਂਦਾ ਤਾਂ ਫਿਰ ਇਹ 1 ਸਾਈਡਡ ਵੀ ਹੋ ਸਕਦੀ ਆ, ਲੇਕਿਨ ਉਹਦੇ ਵਾਸਤੇ ਡਿਵੋਰਸ ਹੋਣਾ ਜ਼ਰੂਰੀ ਆ। ਸੋ ਜੇ ਤੁਹਾਡੀ ਪਟੀਸ਼ਨ ਜਿਹੜੀ ਜੁਆਇੰਟ ਹੋਈ ਆ ਤੇ ਇਹਨੂੰ ਅੱਜ ਕੱਲ੍ਹ ਤਕਰੀਬਨ 1.5 ਸਾਲ ਲੱਗ ਰਿਹਾ ਤੇ ਇਹ 'ਚ ਪਹਿਲਾਂ ਤੋਂ ਅਪਲਾਈ ਕਰਦੇ ਆ, ਫਿਰ ਰਿਕੁਐਸਟ ਫॉर ਐਵੀਡੈਂਸ ਆ ਜਾਂਦੀ ਆ। ਉਹ ਜਿਵੇਂ ਉਹਦੇ ਤੁਹਾਡੇ ਇਕੱਠੇ ਰਹਿਣ ਦੇ ਡਾਕੂਮੈਂਟ ਮੰਗ ਲੈਂਦੇ ਨੇ, ਫਿਰ ਇੰਟਰਵਿਊ ਵਗੈਰਾ ਹੁੰਦੀ ਆ। ਸੋ ਟਾਈਮ ਲੱਗ ਰਿਹਾ ਤੇ ਕੁਝ ਪਿਛਲੇ ਸਾਲ ਇਮੀਗ੍ਰੇਸ਼ਨ ਬੰਦ ਰਹੀ ਆ ਤੇ ਕਰੋਨਾ ਕਰਕੇ ਡਿਲੇ ਆ, ਪਰ ਤੁਹਾਨੂੰ ਉੱਥੋਂ ਪਤਾ ਕਰਨਾ ਚਾਹੀਦਾ ਜ਼ਰੂਰ ਤੇ ਤੁਸੀਂ ਪਤਾ ਜ਼ਰੂਰ ਕਰੋ। ਅਗਲੀ ਕੈਟੇਗਰੀ ਆ, ਉਹਨਾਂ ਨੇ ਕਿਹਾ ਜੀ ਕਿ ਸਾਡਾ F4 ਦੀ ਕੈਟੇਗਰੀ 'ਚ ਅਪਲਾਈ ਹੋਇਆ, ਜਿਹੜੀ ਭਰਾ ਭੈਣ ਵਾਲੀ ਕੈਟੇਗਰੀ ਆ, ਉਹਦੇ 'ਚ ਕੀ ਚੱਲ ਰਿਹਾ ਹੁਣ ਤੇ ਸਾਡੇ ਬੱਚੇ ਦੀ ਉਮਰ ਜਿਹੜੀ ਆ ਉਹ 21 ਸਾਲ ਤੋਂ ਉੱਪਰ ਹੋਈ ਆ ਤੇ ਉਹਦਾ ਅਸੀਂ ਕੀ ਕਰ ਸਕਦੇ ਹਾਂ। ਦੇਖੋ, ਮੈਂ ਹੁਣੇ ਦੱਸ ਕੇ ਹਟਿਆ ਵੀ ਜਿਹੜੀ F4 ਕੈਟੇਗਰੀ ਆ ਮਈ 'ਚ ਇਹ ਤੇ ਚੱਲ ਰਿਹਾ ਜੀ 15 ਅਪ੍ਰੈਲ 2005 ਤੇ ਜੇ ਤੁਹਾਡੇ ਬੱਚੇ ਦੀ ਉਮਰ 21 ਸਾਲ ਤੋਂ ਉੱਪਰ ਹੈਗੀ ਆ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਅੰਡਰ ਜੇ ਉਹ ਕਵਰ ਹੁੰਦਾ ਤਾਂ ਉਹ ਆ ਸਕਦਾ। ਹੁਣ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਅੰਡਰ 21 ਸਾਲ ਤੋਂ ਉੱਪਰ ਕਵਰ ਕਰਨ ਦੀਆਂ ਇੱਕ ਖਾਸ ਕੈਲਕੂਲੇਸ਼ਨ ਹੁੰਦੀ ਆ। ਉਹ ਕੈਲਕੂਲੇਸ਼ਨ ਇਹ ਆ ਕਿ ਜੇ ਤਾਂ US ਸਿਟੀਜ਼ਨ ਆਪਣੇ ਬੱਚੇ ਦਾ ਅਪਲਾਈ ਕਰਦਾ, ਜੇ ਉਹਦਾ ਆਪਣਾ ਬੱਚਾ ਤੇ ਬੱਚੇ ਦੀ ਉਮਰ 21 ਤੋਂ ਘੱਟ ਆ ਤੇ ਚੱਲਦੇ ਕੇਸ 21 ਤੋਂ ਉੱਪਰ ਹੋ ਜਾਵੇ ਤਾਂ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਅੰਡਰ 21 ਤੋਂ ਘੱਟ ਹੀ ਸਮਝਿਆ ਜਾਊਗਾ, ਚਾਹੇ ਉਹ 26 ਸਾਲ ਦਾ ਹੋ ਜਾਵੇ, 27 ਦਾ, ਜਿੰਨੀ ਵੀ ਉਮਰ ਹੋ ਜਾਵੇ, ਜੇ ਉਹ ਅਨਮੈਰਿਡ ਆ। ਪਰ ਜੇ ਉਹੀ US ਸਿਟੀਜ਼ਨ ਆਪਣੇ ਭਰਾ ਭੈਣ ਦਾ ਅਪਲਾਈ ਕਰਦਾ ਜਾਂ ਆਪਣੇ ਮੈਰਿਡ ਬੱਚਿਆਂ ਦਾ ਕਰਦਾ, ਜਿਹੜੇ ਭਰਾ ਭੈਣ ਦੇ ਬੱਚੇ ਨੇ ਉਹਨਾਂ ਦੀ ਉਮਰ 21 ਸਾਲ ਤੋਂ ਉੱਪਰ, ਜਿਵੇਂ F4 ਕੈਟੇਗਰੀ ਦੀ ਆਪਾਂ ਗੱਲ ਕਰਦੇ ਹਾਂ ਵੀ ਕਿਸੇ ਨੇ ਆਪਣੇ ਭਰਾ ਭੈਣ ਦਾ ਕੀਤਾ, ਉਹਨਾਂ ਦੀ ਉਮਰ 21 ਤੋਂ ਉੱਪਰ ਹੋ ਗਈ, ਤਾਂ ਉਹਦੇ 'ਚ ਜਿਹੜੀ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੀ ਕੈਲਕੂਲੇਸ਼ਨ ਆ ਉਹ ਡਿਫਰੈਂਟ ਆ। ਉਹ ਕੈਲਕੂਲੇਸ਼ਨ ਇਹ ਹੈਗੀ ਆ ਵੀ ਦੇਖਣਾ ਪੈਂਦਾ ਵੀ ਇਹ ਜਿਹੜਾ ਕੇਸ ਆ ਕਦੋਂ ਅਪਲਾਈ ਹੋਇਆ। ਜਿਵੇਂ ਹੁਣ ਫਰਜ਼ ਕਰੋ April 5 2000 ਜਿਹੜਾ ਹੈਗਾ ਫਰਜ਼ ਕਰੋ ਹੁਣ 5 ਚੱਲ ਰਿਹਾ, ਹੁਣ April 15 2005 ਚੱਲ ਰਿਹਾ। ਹੁਣ ਜੇ ਤੁਸੀਂ April 2005 'ਚ ਅਪਲਾਈ ਕੀਤਾ, ਉਹਦੀ ਡੇਟ ਹੁਣ ਕਰੰਟ ਆ, ਇਹ ਦੇਖਣਾ ਪਏਗਾ ਅਪਲਾਈ ਕਦੋਂ ਹੋਇਆ, ਉਹਦੋਂ ਬਾਅਦ ਅਪਰੂਵਲ ਕਦੋਂ ਆਈ। ਕਈ ਵਾਰ ਤਾਂ ਜਦੋਂ ਆਪਾਂ ਅਪਲਾਈ ਕਰਦੇ ਹਾਂ, ਜਿਵੇਂ 2005 ਅਪ੍ਰੈਲ 'ਚ ਕੀਤਾ, ਉਹਦੀ ਅਪਰੂਵਲ 6 ਮਹੀਨੇ 'ਚ ਆ ਜਾਂਦੀ ਹੈ, ਕਈ ਵਾਰੀ ਅਪਰੂਵਲ 4 ਸਾਲ ਨਹੀਂ ਆਉਂਦੀ। ਸੋ ਉਹ ਟਾਈਮ ਜਿਹੜਾ ਅਪਲਾਈ ਕਰਨ ਦਾ ਤੇ ਅਪਰੂਵਲ ਦਾ ਟਾਈਮ ਦੇਖਣਾ ਪੈਣਾ, ਉਹ 'ਚ ਡਿਫਰੈਂਸ ਕੀ ਆ। ਤੇ ਫਿਰ ਜਦੋਂ ਹੁਣ ਪ੍ਰਾਇਓਰਟੀ ਡੇਟ ਕਰੰਟ ਆ, ਜਿੱਦਾਂ ਹੁਣ ਚੱਲ ਰਿਹਾ April 15 2005, ਇਹਦੇ ਵਿੱਚ ਉਮਰ ਕਿੰਨੀ ਹੈ? ਜੇ ਹੁਣ ਇਹਦੇ 'ਚ ਉਮਰ 21 ਸਾਲ ਤੋਂ ਉੱਪਰ ਆ ਤਾਂ ਜਦੋਂ ਪਟੀਸ਼ਨ ਅਪਲਾਈ ਹੋਈ ਆ 5 ਤੇ ਜਦੋਂ ਅਪਰੂਵ ਹੋਈ ਆ ਉਹ ਟਾਈਮ ਇਹਦੇ ਵਿੱਚੋਂ ਕੱਢਣਾ ਪਏਗਾ। ਤੇ ਜੇ ਉਹ ਕੱਢ ਕੇ ਬੱਚੇ ਦੀ ਉਮਰ 21 ਸਾਲ ਤੋਂ ਘੱਟ ਰਹਿ ਜਾਂਦੀ ਆ ਤਾਂ ਉਹ ਫਿਰ ਇਹਦੇ 'ਚ CSPA ਜਿਹੜਾ ਹੈਗਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਆ ਸਕਦਾ। ਇਹ ਉਹਦੀ ਕੈਲਕੂਲੇਸ਼ਨ ਆ, ਥੋੜੀ ਜਿਹੀ ਕੰਪਲੀਕੇਟਡ ਆ, ਪਰ ਇਹ ਤਰੀਕੇ ਨਾਲ ਜੇ ਉਹ ਕਵਰ ਹੋਇਆ, ਜਦੋਂ ਵੀ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਹੋਏਗੀ ਤਾਂ ਫਿਰ ਉਹ ਆ ਸਕੇਗਾ, ਅਦਰਵਾਈਜ਼ ਉਹ ਨਹੀਂ ਆ ਸਕੇਗਾ। ਇੱਕ ਹੋਰ ਸਵਾਲ ਹੈ ਤੇ ਉਹ ਇਹ ਹੈਗਾ ਕਿ ਇਹਨਾਂ ਨੇ ਪੁੱਛਿਆ ਕਿ ਜੀ ਤੁਸੀਂ ਜਿਹੜੇ ਅਸੀਂ F4 ਕੈਟੇਗਰੀ ਦੇ ਵਿੱਚ ਅਪਲਾਈ ਸਾਡਾ ਹੋਇਆ ਸੀ ਤੇ ਸਾਰੇ ਡਾਕੂਮੈਂਟ ਫਰਵਰੀ 2020 'ਚ ਜਮ੍ਹਾਂ ਹੋ ਗਏ ਸੀਗੇ, ਉਸ ਤੋਂ ਬਾਅਦ ਸਾਡੀ ਜਿਹੜੀ ਇੰਟਰਵਿਊ ਆਈ ਉਹ ਕੈਂਸਲ ਹੋ ਗਈ, ਕੀ ਕਰੀਏ? ਦੇਖੋ, ਇਹ ਵੀ ਇੱਕ ਬੜੀ ਸਮੱਸਿਆ ਸੀ ਕਿਉਂਕਿ ਜਦੋਂ ਬੈਨ ਲੱਗਿਆ ਪਹਿਲੇ ਲਾਇਆ ਜਾਂ ਕੋਵਿਡ ਆਇਆ, ਉਸ ਤੋਂ ਪਹਿਲਾਂ ਕਈ ਬੰਦਿਆਂ ਦੀਆਂ ਇੰਟਰਵਿਊ ਸਕੈਜੂਲ ਹੋ ਗਈਆਂ ਸੀ ਜਿਹੜੀਆਂ ਕਿ ਪੋਸਟਪੋਨ ਹੋ ਗਈਆਂ। ਸੋ ਉਹਦੇ 'ਚ ਮੈਂ ਇਹੀ ਕਹੂੰਗਾ ਵੀ ਹੁਣ ਉਹ ਬੈਨ ਖੁੱਲ੍ਹ ਗਿਆ ਤੇ ਤੁਸੀਂ ਐਮਬੈਸੀ ਨਾਲ ਕੰਟੈਕਟ ਕਰੋ, ਉਹਨਾਂ ਨੂੰ ਈਮੇਲ ਕਰੋ ਤੇ ਉਹ ਤੁਹਾਨੂੰ ਦੱਸਣਗੇ ਵੀ ਅੱਗੇ ਕੀ ਕਰਨਾ। ਤੇ ਆਮ ਤੌਰ ਤੇ ਤਾਂ ਇਹੀ ਹੈ ਵੀ ਤੁਹਾਡੇ ਸਾਰੇ ਡਾਕੂਮੈਂਟ ਜਮ੍ਹਾਂ ਹੋਏ, ਤੁਹਾਨੂੰ ਇੰਟਰਵਿਊ ਬੁਲਾਉਣਗੇ, ਪਰ ਡਾਕੂਮੈਂਟ ਦੁਬਾਰਾ ਵੀ ਕੁਝ ਮੰਗ ਸਕਦੇ ਆ। ਤੇ ਇਹ ਸੀ ਤੁਹਾਡੇ ਕੁਝ ਸਵਾਲਾਂ ਦੇ ਜਵਾਬ। ਤੇ ਬਾਕੀ ਤੁਸੀਂ ਮੈਨੂੰ ਫਿਰ ਮੇਰੀ ਬੇਨਤੀ ਆ ਵੀ ਇਸ ਵੀਡੀਓ ਦੇ ਥੱਲੇ ਆਪਣੇ ਸਵਾਲ ਲਿਖ ਕੇ ਭੇਜੋ ਜਾਂ ਮੈਨੂੰ ਈਮੇਲ ਕਰੋ jpsinghattorney@gmail ਤੇ ਮੈਂ ਤੁਹਾਨੂੰ ਅਗਲੇ ਵੀ ਜਿਹੜਾ ਅਗਲਾ ਅਪਰੋਚ ਉਹਦੇ ਜਿਹੜੇ ਹੈਗੇ ਆ ਜਵਾਬ ਦਿਆਂਗਾ। ਤੇ ਇਹਦੇ ਨਾਲ ਹੀ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਉਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ।